ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੱਜ ਪ੍ਰਦਰਸ਼ਨ ਦੌਰਾਨ 47 ਜਣੇ ਗ੍ਰਿਫਤਾਰ, ਪੁਲਿਸ ਲਗਾਤਾਰ ਕਰ ਰਹੀ ਕਾਰਵਾਈ। ਪ੍ਰਦਰਸ਼ਨ ਦੌਰਾਨ ਸਰਕਾਰ ਦਾ ਐਲਾਨ, ਕਾਰੋਬਾਰਾਂ ਦੀ ਕਰਨਗੇ ਮਦਦ। ਪੁਲਿਸ ਦੀ ਪ੍ਰਦਰਸ਼ਨ ਖਿਲਾਫ ਕਾਰਵਾਈ, ਇੱਕ ਹੋਰ ਨੂੰ ਕੀਤਾ ਗਿਆ ਚਾਰਜ। ਕੈਨੇਡਾ ਵਿੱਚ ਦੀਪ ਸਿੱਧੂ ਨੂੰ ਕੀਤਾ ਗਿਆ ਯਾਦ, ਗੁਰੂ ਘਰ ਵਿੱਚ ਰੱਖਿਆ ਗਿਆ ਅਖੰਡ ਪਾਠ। ਅਲਬਰਟਾ ਦਾ ਇਮੀਗ੍ਰੇਸ਼ਨ ਬਾਰੇ ਐਲਾਨ, ਸੂਬੇ ਨੇ ਡਰਾਅ ਵਿੱਚ ਕੀਤੇ ਬਦਲਾਅ। ਪ੍ਰਦਰਸ਼ਨਕਾਰੀ ਆਟਵਾ ਛੱਡਣ ਦੇ ਲਈ ਤਿਆਰ ਨਹੀਂ ਤੇ ਆਟਵਾ ਪੁਲਿਸ ਵੱਲੋਂ ਹੁਣ ਸਖਤੀ ਕੀਤੀ ਜਾ ਰਹੀ ਹੈ। ਜੀ ਹਾਂ, ਟਰੱਕ ਡਰਾਈਵਰਸ ਵੱਲੋਂ ਜੋ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਵਿਰੋਧ ਕਰਦਿਆਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ, ਇਸ ਦੌਰਾਨ ਪੁਲਿਸ ਵੱਲੋਂ ਸਖਤੀ ਦਿਖਾਈ ਜਾ ਰਹੀ ਹੈ। ਅੱਜ 47 ਦੇ ਕਰੀਬ ਜਿਹੜੇ ਵਿਅਕਤੀ ਸਨ ਇੱਥੋਂ ਗ੍ਰਿਫਤਾਰ ਕੀਤੇ ਗਏ ਤੇ ਕਈ ਵਾਹਨ ਵੀ ਪੁਲਿਸ ਵੱਲੋਂ ਟੋ ਕੀਤੇ ਗਏ ਨੇ। ਆਟਵਾ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਵੱਲੋਂ ਕਈ ਪ੍ਰਦਰਸ਼ਨਕਾਰੀ ਗ੍ਰਿਫਤਾਰ ਕੀਤੇ ਗਏ ਨੇ। ਅੱਜ ਦੇ ਦਿਨ ਪੁਲਿਸ ਵੱਲੋਂ 47 ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਕਈ ਵਾਹਨ ਵੀ ਟੋ ਕੀਤੇ ਗਏ ਨੇ। ਪੁਲਿਸ ਵੱਲੋਂ ਉਹਨਾਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਬਾਡੀ ਆਰਮਰ ਪਾਏ ਹੋਏ ਸਨ ਤੇ ਜਿਨ੍ਹਾਂ ਕੋਲ ਸਮੋਕ ਗ੍ਰੇਨੇਡ ਮੌਜੂਦ ਰਹੇ। ਇਸ ਤੋਂ ਪਹਿਲਾਂ ਵੀ ਪੁਲਿਸ ਵੱਲੋਂ ਕਈ ਜਾਣੇ ਗ੍ਰਿਫਤਾਰ ਕੀਤੇ ਗਏ ਸਨ। ਜਾਣਕਾਰੀ ਮੁਤਾਬਕ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਅੱਜ ਤੋਂ ਪਹਿਲਾਂ ਪੁਲਿਸ ਵੱਲੋਂ 38 ਵਾਹਨ ਵੀ ਟੋ ਕੀਤੇ ਗਏ। ਇੱਕ ਪਾਸੇ ਪ੍ਰਦਰਸ਼ਨਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਸ਼ਹਿਰ ਖਾਲੀ ਨਹੀਂ ਕਰਨਗੇ ਤੇ ਦੂਜੇ ਪਾਸੇ ਹੁਣ ਆਟਵਾ ਪੁਲਿਸ ਵੀ ਸਖਤੀ ਵਿੱਚ ਨਜ਼ਰ ਆ ਰਹੀ ਹੈ, ਜਿੱਥੇ ਉਹਨਾਂ ਵੱਲੋਂ ਲਗਾਤਾਰ ਸ਼ਹਿਰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਟਰੱਕ ਡਰਾਈਵਰਸ ਲਈ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਐਲਾਨ ਕੀਤਾ ਗਿਆ, ਜਿਸ ਮੁਤਾਬਕ ਟਰੱਕ ਡਰਾਈਵਰਸ ਦੀ ਕੋਵਿਡ-19 ਵੈਕਸੀਨ ਹਾਸਲ ਕਰਨਾ ਜ਼ਰੂਰੀ ਕੀਤਾ ਗਿਆ ਹੈ। ਪਰ ਟਰੱਕ ਡਰਾਈਵਰਸ ਨੂੰ ਇਹ ਮਨਜ਼ੂਰ ਨਹੀਂ। ਉਹ ਕਹਿ ਰਹੇ ਨੇ ਕਿ ਸਰਕਾਰ ਇਸ ਵੈਕਸੀਨੇਸ਼ਨ ਨੀਤੀ ਨੂੰ ਵਾਪਸ ਲਵੇ। ਕਾਫੀ ਦਿਨਾਂ ਤੋਂ ਇਹਨਾਂ ਟਰੱਕ ਡਰਾਈਵਰਸ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਵਿਰੋਧ ਕਰਦਿਆਂ ਇਹ ਕਿਹਾ ਜਾ ਰਿਹਾ ਹੈ ਕਿ ਸੂਬਿਆਂ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਨੂੰ ਵੀ ਹਟਾਇਆ ਜਾਵੇ। ਹੁਣ ਪੁਲਿਸ ਵੱਲੋਂ ਵੀ ਸਖਤੀ ਦਿਖਾਈ ਜਾ ਰਹੀ ਹੈ। ਉਹਨਾਂ ਵੱਲੋਂ ਸ਼ਹਿਰ ਖਾਲੀ ਕਰਵਾਉਣ ਲਈ ਪ੍ਰਦਰਸ਼ਨਕਾਰੀਆਂ ਨੂੰ ਲਗਾਤਾਰ ਕਿਹਾ ਜਾ ਰਿਹਾ ਹੈ। ਪਹਿਲਾਂ ਪੁਲਿਸ ਵੱਲੋਂ ਚੇਤਾਵਨੀ ਜਾਰੀ ਕਰਦਿਆਂ ਪ੍ਰੋਟੈਸਟਰਸ ਨੂੰ ਕਿਹਾ ਗਿਆ ਸੀ ਕਿ ਉਹ ਸ਼ਹਿਰ ਖਾਲੀ ਕਰ ਦੇਣ। ਇਸ ਸੰਬੰਧੀ ਉਹਨਾਂ ਵੱਲੋਂ ਫਲਾਇਰ ਵੀ ਦਿੱਤੇ ਗਏ, ਪਰ ਬਾਅਦ ਦੇ ਵਿੱਚ ਜਦੋਂ ਪ੍ਰਦਰਸ਼ਨਕਾਰੀ ਇੱਥੋਂ ਨਹੀਂ ਹਟੇ ਤਾਂ ਪੁਲਿਸ ਹੁਣ ਸਖਤੀ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ। ਉਹਨਾਂ ਵੱਲੋਂ ਕਈਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਵੀ ਸਮੇਂ-ਸਮੇਂ ਦੇ ਉੱਪਰ ਸਾਂਝੀ ਕੀਤੀ ਜਾ ਰਹੀ ਹੈ। ਆਟਵਾ ਵਿੱਚ ਜੋ ਇਸ ਸਮੇਂ ਪ੍ਰੋਟੈਸਟ ਹੋ ਰਹੇ ਉਸ ਕਾਰਨ ਕਈ ਕਾਰੋਬਾਰ ਬੰਦ ਪਏ। ਜਿਹੜੇ ਕਾਰੋਬਾਰ ਪ੍ਰਭਾਵਿਤ ਹੋਏ ਉਹਨਾਂ ਵਾਸਤੇ ਫੈਡਰਲ ਸਰਕਾਰ ਵੱਲੋਂ ਐਲਾਨ ਕੀਤਾ ਗਿਆ। ਇਹਨਾਂ ਕਾਰੋਬਾਰੀਆਂ ਦੀ ਮਦਦ ਹੁਣ ਸਰਕਾਰ ਕਰੇਗੀ। ਸਰਕਾਰ ਦਾ ਕੀ ਕਹਿਣਾ ਹੈ, ਦੱਸਾਂਗੇ ਇਸ ਖਬਰ ਵਿੱਚ। ਆਟਵਾ ਵਿੱਚ ਪ੍ਰਦਰਸ਼ਨ ਕਾਰਨ ਜਿਨ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਉਹਨਾਂ ਵਾਸਤੇ ਫੈਡਰਲ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ। ਫੈਡਰਲ ਸਰਕਾਰ ਵੱਲੋਂ ਇਸ ਦੌਰਾਨ $20 ਮਿਲੀਅਨ ਦੀ ਸਪੋਰਟ ਦਾ ਐਲਾਨ ਕੀਤਾ ਗਿਆ ਹੈ। ਪ੍ਰਦਰਸ਼ਨ ਦੌਰਾਨ ਇਹ ਦੇਖਣ ਵਿੱਚ ਆਇਆ ਕਿ ਬਹੁਤ ਸਾਰੇ ਕਾਰੋਬਾਰ ਅਜਿਹੇ ਸਨ ਜਿਨ੍ਹਾਂ ਨੂੰ ਬੰਦ ਕੀਤਾ ਗਿਆ। ਹੁਣ ਸਰਕਾਰ ਵੱਲੋਂ ਇਨ੍ਹਾਂ ਬਿਜ਼ਨਸ ਅਦਾਰਿਆਂ ਦੀ ਮਦਦ ਕੀਤੀ ਜਾਵੇਗੀ। ਇਸ ਬਾਰੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਵੱਲੋਂ ਇੱਕ ਨਿਊਜ਼ ਕਾਨਫਰੰਸ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਇਹ ਹੱਕ ਕਿਸੇ ਕੋਲ ਨਹੀਂ ਕਿ ਉਹ ਸਾਡੇ ਸ਼ਹਿਰ ਨੂੰ ਆਕਿਊਪਾਈ ਕਰ ਸਕਣ, ਸਾਡੀਆਂ ਕਮਿਊਨਿਟੀਜ਼ ਨੂੰ ਡਿਸਟਰਬ ਕਰਨ ਜਾਂ ਫਿਰ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਇਆ ਜਾਵੇ। ਇਸ ਦੌਰਾਨ ਲਿਬਰਲ MP ਮੋਨਾ ਵੱਲੋਂ ਇਸ ਪ੍ਰਦਰਸ਼ਨ ਨੂੰ ਅਨਅਸੈਪਟੇਬਲ ਕਿਹਾ ਗਿਆ। ਦੱਸ ਦਈਏ ਕਿ ਪ੍ਰਦਰਸ਼ਨ ਨੂੰ 23 ਦਿਨ ਹੋ ਚੁੱਕੇ ਨੇ, ਜਿੱਥੇ ਟਰੱਕ ਡਰਾਈਵਰਸ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਤੱਕ ਪੁਲਿਸ ਵੱਲੋਂ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤੇ 21 ਤੋਂ ਵੱਧ ਵਾਹਨ ਟੋ ਕੀਤੇ ਜਾ ਚੁੱਕੇ ਨੇ। ਹੁਣ ਪੁਲਿਸ ਵੱਲੋਂ ਜੋ ਇਸ ਪ੍ਰਦਰਸ਼ਨ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ, ਇਸ ਬਾਰੇ ਉਹਨਾਂ ਵੱਲੋਂ ਸਮੇਂ-ਸਮੇਂ ਤੇ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਟਰੱਕ ਡਰਾਈਵਰਸ ਲਈ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਐਲਾਨ ਕੀਤਾ ਗਿਆ, ਜਿਸ ਮੁਤਾਬਕ ਟਰੱਕ ਡਰਾਈਵਰਸ ਲਈ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਹਾਸਲ ਕਰਨਾ ਜ਼ਰੂਰੀ ਹੈ। ਪਰ ਕੁਝ ਟਰੱਕ ਡਰਾਈਵਰਸ ਨੂੰ ਇਹ ਮਨਜ਼ੂਰ ਨਹੀਂ, ਜਿਸ ਕਾਰਨ ਉਹਨਾਂ ਵੱਲੋਂ ਵੈਕਸੀਨੇਸ਼ਨ ਨੀਤੀ ਦਾ ਵਿਰੋਧ ਕਰਦਿਆਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਪੁਲਿਸ ਇਸ ਦੌਰਾਨ ਕਾਫੀ ਸਖਤ ਨਜ਼ਰ ਆ ਰਹੀ ਹੈ, ਪਰ ਫਿਰ ਵੀ ਪ੍ਰਦਰਸ਼ਨਕਾਰੀ ਸ਼ਹਿਰ ਖਾਲੀ ਕਰਨ ਲਈ ਰਾਜ਼ੀ ਨਹੀਂ। ਪੁਲਿਸ ਵੱਲੋਂ ਪਹਿਲਾਂ ਹੀ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਚੇਤਾਵਨੀ ਦੇ ਦਿੱਤੀ ਗਈ ਸੀ ਕਿ ਉਹ ਸ਼ਹਿਰ ਖਾਲੀ ਕਰ ਦੇਣ, ਪਰ ਜਿਹੜੇ ਪ੍ਰੋਟੈਸਟਰਸ ਇੱਥੋਂ ਨਹੀਂ ਗਏ ਉਹਨਾਂ ਖਿਲਾਫ ਹੁਣ ਪੁਲਿਸ ਵੱਲੋਂ ਸਖਤੀ ਦਿਖਾਈ ਜਾ ਰਹੀ ਹੈ। ਹੁਣ ਤੱਕ ਪੁਲਿਸ ਵੱਲੋਂ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ 3 ਆਰਗੇਨਾਈਜ਼ਰਸ ਨੂੰ ਗ੍ਰਿਫਤਾਰ ਕਰਦਿਆਂ ਉਹਨਾਂ ਉੱਪਰ ਚਾਰਜ ਵੀ ਲਗਾਏ ਗਏ ਨੇ। ਪੁਲਿਸ ਵੱਲੋਂ ਅਜੇ ਵੀ ਇਹ ਕਿਹਾ ਜਾ ਰਿਹਾ ਹੈ ਕਿ ਸ਼ਹਿਰ ਖਾਲੀ ਕਰ ਦਿੱਤਾ ਜਾਵੇ, ਪਰ ਦੂਜੇ ਪਾਸੇ ਪ੍ਰੋਟੈਸਟਰਸ ਅਜੇ ਵੀ ਸ਼ਹਿਰ ਵਿੱਚ ਮੌਜੂਦ ਨੇ। ਆਟਵਾ ਪੁਲਿਸ ਵੱਲੋਂ ਪ੍ਰਦਰਸ਼ਨ ਖਿਲਾਫ ਕਾਰਵਾਈ ਕਰਦਿਆਂ ਇੱਕ ਹੋਰ ਨੂੰ ਚਾਰਜ ਕੀਤਾ ਗਿਆ। ਦਰਅਸਲ ਇੱਕ ਆਰਗੇਨਾਈਜ਼ਰ ਜੋ ਗ੍ਰਿਫਤਾਰ ਕੀਤਾ ਗਿਆ, ਪੁਲਿਸ ਵੱਲੋਂ ਹੁਣ ਉਸਦੇ ਉੱਪਰ 4 ਚਾਰਜ ਲਗਾਏ ਗਏ ਹਨ। ਕਿਹੜੇ ਚਾਰਜ ਲਗਾਏ ਗਏ ਇਹ ਵੀ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਆਟਵਾ ਪੁਲਿਸ ਹੁਣ ਸਖਤੀ ਦੇ ਮੂਡ ਦੇ ਵਿੱਚ ਦਿਖਾਈ ਦੇ ਰਹੀ ਹੈ।
उन्हां वल्लों लगातार प्रदर्शन करन वालियां दे खिलाफ कार्रवाई कीती जा रही है। जानकारी मुताबक पुलिस वल्लों प्रदर्शन के ऑर्गेनाइजर पैट किंग नूं चार्ज किया गया है। ऑटवा पुलिस वल्लों इस उपर 4 क्रिमिनल चार्जिस लगाए गए, जिस बारे उन्हां वल्लों जानकारी दी गई। हुण पैट किंग की जल्द ही कोर्ट विच पेशी होण जा रही है। एल्बर्टा नाल संबंधित किंग के उपर ऑटवा पुलिस वल्लों जो चार्ज लगाए गए वो इस तरह हैं: मिसचीफ, काउंसलिंग टू कमिट द ऑफेंस ऑफ मिसचीफ, काउंसलिंग टू कमिट द ऑफेंस ऑफ डिसओबे कोर्ट ऑर्डर, काउंसलिंग टू कमिट द ऑफेंस ऑफ ऑब्स्ट्रक्ट पुलिस। ऑटवा पुलिस का कहना है कि उन्हां वल्लों प्रदर्शन करन वालियां नूं कई बार चेतावनी दी गई ते जिन्हां वल्लों उन्हां दी गल नूं नहीं मन्निया गया उन्हां खिलाफ कार्रवाई की जा रही है। इस तो पहला 2 होर ऑर्गेनाइजर्स नूं गिरफ्तार किया गया सी। जानकारी मुताबक क्रिस अते टमारा नूं वीरवार वाले दिन गिरफ्तार किया गया, जिन्हां नूं शुक्रवार नूं बेल दे उपर रिहा किया गया। जिक्रयोग है कि फेडरल सरकार वल्लों ट्रकर्स लई लाजमी वैक्सीनेशन नीति का ऐलान किया गया, जिस मुताबक ट्रक ड्राइवर्स की कोविड-19 वैक्सीन के दोनों शॉट्स हासिल करना जरूरी है। पर फिर भी कई ट्रकर्स नूं यह मंजूर नहीं, जिन्हां वल्लों लगातार लाजमी वैक्सीनेशन नीति का विरोध किया जा रहा है। इन्हां ट्रक ड्राइवर्स वल्लों ऑटवा विच अजे भी प्रदर्शन किया जा रहा है। इन्हां दी मंग है कि वैक्सीनेशन नीति नूं रद्द किया जाए ते वख-वख सूबियां विच इस समय जो हदायतां सख्तियां लगाईयां गईयां ने उन्हां विच भी ढिल दित्ती जाए। ये प्रोटेस्टर्स मांग कर रहे हैं कि प्रधानमंत्री जस्टिन ट्रूडो उन्हां नाल मुलाकात करन। प्रधानमंत्री जस्टिन ट्रूडो वालों समय-समय के उपर इस प्रदर्शन संबंधी अपने विचार साझे किए गए। हाल ही ट्रूडो वालों कहा गया सी कि उन्हां वालों इस प्रदर्शन नूं शांतमई तरीके नाल खत्म किया जाएगा। पिछले दिनी ऑटवा पुलिस वालों प्रदर्शनकारियों नूं यह चेतावनी दी गई सी कि वो शहर खाली कर दें। इस दौरान फ्लायर उन्हां नूं दिते गए, पर प्रदर्शनकारियों वालों शहर खाली नहीं किया गया, जिस तो बाद हुण पुलिस वालों इस शहर नूं खाली करवाया जा रहा है। अदाकार दीप सिद्धू की भयानक सड़क हादसे विच मौत हो गई। भारत विच तां उन्हां नूं लगातार याद किया जा रहा है, पर कैनेडा विच भी दीप सिद्धू नूं श्रद्धांजलि दी जा रही है। सरी विच एक पासे इकट्ठ होया ते सरी दे गुरु घर विच अखंड पाठ साहब दा पाठ करवाया गया। सरी दे एक थां ते जिथे इकट्ठ होया उत्थे वड्डी गिणती विच लोग पहुंचे। इन्हां लोकां दे हत्थां विच दीप सिद्धू दे पोस्टर फड़े होए सन ते वाहनां दे उपर केसरी झंडे लगाए होए सन। सरी विच दीप सिद्धू नूं याद करदिआं अखंड पाठ साहब करवाए जा रहे ने। ਵੱਖ-ਵੱਖ ਥਾਵਾਂ ਤੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾ ਰਹੀ ਹੈ। ਅੱਜ ਸਰੀ ਦੇ ਸਟ੍ਰਾਬੇਰੀ ਹਿੱਲ ਤੇ ਕਈ ਜਾਣੇ ਇਕੱਠੇ ਹੋਏ, ਜਿਨ੍ਹਾਂ ਵੱਲੋਂ ਦੀਪ ਸਿੱਧੂ ਨੂੰ ਯਾਦ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ, ਜਿਨ੍ਹਾਂ ਦੇ ਹੱਥਾਂ ਵਿੱਚ ਦੀਪ ਸਿੱਧੂ ਦੀਆਂ ਤਸਵੀਰਾਂ ਸਨ ਤੇ ਉਹਨਾਂ ਦੇ ਵਾਹਨਾਂ ਉੱਪਰ ਕੇਸਰੀ ਝੰਡੇ ਲਗਾਏ ਹੋਏ ਸਨ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵਿੱਚ ਅਖੰਡ ਪਾਠ ਸਾਹਿਬ ਵੀ ਕਰਵਾਏ ਗਏ, ਜਿੱਥੇ ਦੀਪ ਸਿੱਧੂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਪੰਜਾਬੀ ਕਲਾਕਾਰ ਦੀਪ ਸਿੱਧੂ ਦਾ ਭਿਆਨਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ, ਜਿੱਥੇ ਭਾਰਤ ਵਿੱਚ ਉਹਨਾਂ ਨੂੰ ਯਾਦ ਕਰਦਿਆਂ ਵੱਖ-ਵੱਖ ਥਾਵਾਂ ਤੇ ਇਕੱਠ ਕੀਤਾ ਜਾ ਰਿਹਾ ਹੈ। ਉਹਦੇ ਦੂਜੇ ਪਾਸੇ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਦੀਪ ਸਿੱਧੂ ਨੂੰ ਚੇਤੇ ਕੀਤਾ ਜਾ ਰਿਹਾ ਹੈ। ਹੁਣ ਸਰੀ ਤੋਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ, ਆਓ ਤੁਹਾਨੂੰ ਦਿਖਾਉਂਦੇ ਹਾਂ। ਐਲਬਰਟਾ ਤੋਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਵੱਡੀ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਪ੍ਰੀਮੀਅਰ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਜੋ ਇੱਥੇ ਡਰਾਅ ਕੱਢਿਆ ਜਾਂਦਾ ਹੈ ਉਸ ਦੇ ਨਾਮ ਵਿੱਚ ਬਦਲਾਵ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 2 ਜਿਹੜੇ ਸਟਰੀਮ ਨੇ ਉਹਨਾਂ ਦੇ ਵੀ ਨਾਮ ਬਦਲੇ ਜਾ ਰਹੇ ਨੇ। ਹੋਰ ਕੀ ਡਰਾਅ ਦੇ ਵਿੱਚ ਬਦਲਾਵ ਕੀਤੇ ਗਏ ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਐਲਬਰਟਾ ਵੱਲੋਂ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਇੱਕ ਨਵਾਂ ਕਦਮ ਚੁੱਕਿਆ ਗਿਆ। ਇਸ ਬਾਰੇ ਐਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਵੱਲੋਂ ਐਲਾਨ ਕੀਤਾ ਗਿਆ। ਪ੍ਰੀਮੀਅਰ ਦਾ ਕਹਿਣਾ ਹੈ ਕਿ ਸੂਬੇ ਵੱਲੋਂ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਨਾਮ ਬਦਲਿਆ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਵੱਲੋਂ ਨਵੇਂ 2 ਇਮੀਗ੍ਰੇਸ਼ਨ ਪ੍ਰੋਗਰਾਮ ਵੀ ਸ਼ਾਮਿਲ ਕੀਤੇ ਜਾ ਰਹੇ ਨੇ। ਇਸ ਤੋਂ 2 ਦਿਨ ਬਾਅਦ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਡਰਾਅ ਦੇ ਨਤੀਜੇ ਐਲਾਨ ਕੀਤੇ ਗਏ। 1 ਫਰਵਰੀ ਨੂੰ ਜੋ ਸੂਬੇ ਵੱਲੋਂ ਡਰਾਅ ਕੱਢਿਆ ਗਿਆ, ਇਸ ਵਿੱਚ 400 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਐਲਬਰਟਾ ਐਕਸਪ੍ਰੈਸ ਐਂਟਰੀ ਸਟਰੀਮ ਜ਼ਰੀਏ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਇਸ ਦੌਰਾਨ ਉਮੀਦਵਾਰਾਂ ਕੋਲ 340 ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ ਸਕੋਰਸ ਹੋਣੇ ਜ਼ਰੂਰੀ ਸਨ। ਹੁਣ ਤੋਂ ਐਲਬਰਟਾ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਨੂੰ ਐਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਨਾਮ ਨਾਲ ਜਾਣਿਆ ਜਾਵੇਗਾ।
ਇਸ ਵਿੱਚ 2 ਨਵੇਂ ਸਟਰੀਮਸ ਹੋਣਗੇ ਜਿਨ੍ਹਾਂ ਦੇ ਨਾਮ ਰੂਰਲ ਰੀਨਿਊਵਲ ਸਟਰੀਮ ਅਤੇ ਦ ਰੂਰਲ ਐਂਟਰਪ੍ਰੈਨਿਓਰ ਸਟਰੀਮ ਹੈ। ਇਸ ਤੋਂ ਇਲਾਵਾ ਐਲਬਰਟਾ ਵੱਲੋਂ ਆਪਣੇ 3 ਐਂਟਰਪ੍ਰੈਨਿਓਰ ਸਟਰੀਮਸ ਦੇ ਨਾਮ ਵੀ ਬਦਲੇ ਜਾ ਰਹੇ ਨੇ। ਇੰਟਰਨੈਸ਼ਨਲ ਗ੍ਰੈਜੂਏਟ ਐਂਟਰਪ੍ਰੈਨਿਓਰ ਇਮੀਗ੍ਰੇਸ਼ਨ ਸਟਰੀਮ ਨੂੰ ਹੁਣ ਗ੍ਰੈਜੂਏਟ ਐਂਟਰਪ੍ਰੈਨਿਓਰ ਸਟਰੀਮ ਕਿਹਾ ਜਾਏਗਾ। ਫੋਰਨ ਗ੍ਰੈਜੂਏਟ ਸਟਾਰਟਅਪ ਵੀਜ਼ਾ ਸਟਰੀਮ ਨੂੰ ਹੁਣ ਫੋਰਨ ਗ੍ਰੈਜੂਏਟ ਐਂਟਰਪ੍ਰੈਨਿਓਰ ਸਟਰੀਮ ਕਿਹਾ ਜਾਏਗਾ। ਸੈਲਫ ਇੰਪਲੋਇਡ ਫਾਰਮਰ ਸਟਰੀਮ ਦਾ ਨਾਮ ਹੁਣ ਫਾਰਮ ਸਟਰੀਮ ਕੀਤਾ ਜਾ ਰਿਹਾ ਹੈ। ਫਿਲਹਾਲ ਇਨ੍ਹਾਂ ਸਟਰੀਮਸ ਦੇ ਐਲੀਜੀਬਿਲਿਟੀ ਕ੍ਰਾਈਟੇਰੀਆ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਕੀਤਾ ਜਾ ਰਿਹਾ। ਹੁਣ ਜੋ ਐਲਬਰਟਾ ਵੱਲੋਂ ਇਹ ਐਲਾਨ ਕੀਤਾ ਗਿਆ ਹੈ, ਇਨ੍ਹਾਂ ਨਵੇਂ ਪ੍ਰੋਗਰਾਮ ਅਤੇ ਸਟਰੀਮ ਦੇ ਨਾਮ ਵੈਬਸਾਈਟ ਉੱਪਰ ਕੁਝ ਦਿਨਾਂ ਦੌਰਾਨ ਹੀ ਬਦਲ ਦਿੱਤੇ ਜਾਣਗੇ। ਜਾਣਕਾਰੀ ਲਈ ਦੱਸ ਦਈਏ ਕਿ ਸਾਲ 2021 ਦੌਰਾਨ ਐਲਬਰਟਾ ਸੂਬੇ ਵੱਲੋਂ ਕਈ ਡਰਾਅ ਕੱਢੇ ਗਏ, ਜਿਸ ਵਿੱਚ ਬਹੁਤ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ। ਜੋ ਅੰਕੜਾ ਸਾਂਝਾ ਕੀਤਾ ਗਿਆ ਉਸ ਮੁਤਾਬਕ ਸਾਲ 2021 ਦੌਰਾਨ ਐਲਬਰਟਾ ਸੂਬੇ ਵੱਲੋਂ ਜੋ ਡਰਾਅ ਕੱਢੇ ਗਏ, ਇਸ ਵਿੱਚ 6000 ਤੋਂ ਵੱਧ ਨਿਊ ਕਮਰਸ ਨੂੰ ਪੀਆਰ ਦੇ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਇਨ੍ਹਾਂ ਬਾਰੇ ਜੋ ਗਿਣਤੀ ਸਾਹਮਣੇ ਆਈ ਹੈ ਉਸ ਵਿੱਚ ਦੱਸਿਆ ਗਿਆ ਕਿ ਐਲਬਰਟਾ ਵੱਲੋਂ 6250 ਇਨਵੀਟੇਸ਼ਨ ਜਾਰੀ ਕੀਤੇ ਗਏ ਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਸਾਲ 2022 ਦੌਰਾਨ ਵੀ ਜ਼ਿਆਦਾ ਇਮੀਗ੍ਰੈਂਟਸ ਨੂੰ ਪੀਆਰ ਹਾਸਲ ਕਰਨ ਦਾ ਮੌਕਾ ਦਿੱਤਾ ਜਾਵੇਗਾ। ਸਭ ਦੀਆਂ ਨਿਗਾਹਾਂ ਇਸ ਦੇ ਉੱਪਰ ਟਿਕੀਆਂ ਹੋਈਆਂ ਨੇ। ਟੋਰਾਂਟੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ ਹੋ ਗਈ। ਹੁਣ ਟੋਰਾਂਟੋ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਪੀੜਤ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਪੁਲਿਸ ਵੱਲੋਂ ਦੱਸਿਆ ਗਿਆ ਕਿ ਇਸ ਘਟਨਾ ਵਿੱਚ ਜਿਹੜੇ ਵਿਅਕਤੀ ਦੀ ਮੌਤ ਹੋਈ ਉਸ ਦੀ ਉਮਰ 33 ਸਾਲ ਹੈ। ਨਾਰਥ ਯਾਰਕ ਤੋਂ ਜੋ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ ਉਸ ਸੰਬੰਧੀ ਟੋਰਾਂਟੋ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਟੋਰਾਂਟੋ ਪੁਲਿਸ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਇੱਕ ਸਸਪੈਕਟ ਨੂੰ ਚਾਰਜ ਕੀਤਾ ਗਿਆ। ਇਸ ਉੱਪਰ ਪੁਲਿਸ ਵੱਲੋਂ ਸੈਕੰਡ ਡਿਗਰੀ ਮਰਡਰ ਚਾਰਜ ਲਗਾਏ ਗਏ ਹਨ। ਇਸ ਵਿਅਕਤੀ ਦੀ ਪਹਿਚਾਣ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ, ਪਰ ਉਹਨਾਂ ਵੱਲੋਂ ਦੱਸਿਆ ਗਿਆ ਕਿ ਇੱਕ 33 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ 3:20 ਦੇ ਕਰੀਬ ਸਟੀਲਸ ਐਵਨਿਊ ਵੈਸਟ ਤੋਂ ਗੋਲੀਆਂ ਚੱਲਣ ਬਾਰੇ ਜਾਣਕਾਰੀ ਸਾਹਮਣੇ ਆਈ ਸੀ। ਇਹ ਘਟਨਾ 17 ਫਰਵਰੀ ਦੀ ਦੱਸੀ ਗਈ। ਜਦੋਂ ਆਫੀਸਰਸ ਘਟਨਾ ਵਾਲੀ ਥਾਂ ਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇਸ ਦੌਰਾਨ ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਸੀ। ਆਫੀਸਰਸ ਵੱਲੋਂ ਇਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਮੌਕੇ ਤੇ ਹੀ ਇਸ ਵਿਅਕਤੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸ 33 ਸਾਲਾ ਵਿਅਕਤੀ ਦੀ ਘਟਨਾ ਵਾਲੀ ਥਾਂ ਦੇ ਉੱਪਰ ਮੌਤ ਹੋ ਗਈ, ਜੋ ਕਿ ਟੋਰਾਂਟੋ ਨਾਲ ਸੰਬੰਧਿਤ ਦੱਸਿਆ ਗਿਆ। ਇਸ ਤੋਂ ਇਲਾਵਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਤੇ ਘਟਨਾ ਵਾਲੀ ਥਾਂ ਤੋਂ ਉਹਨਾਂ ਨੂੰ ਇੱਕ ਹਥਿਆਰ ਵੀ ਮਿਲਿਆ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਇਹ ਅਪਡੇਟ ਸਾਂਝੀ ਕੀਤੀ ਗਈ ਹੈ ਕਿ ਜਿਸ ਵਿਅਕਤੀ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ 33 ਸਾਲਾ ਵਿਅਕਤੀ ਨੂੰ ਹੁਣ ਪੁਲਿਸ ਵੱਲੋਂ ਚਾਰਜ ਕੀਤਾ ਗਿਆ, ਜਿਸ ਉੱਪਰ ਸੈਕੰਡ ਡਿਗਰੀ ਮਰਡਰ ਚਾਰਜ ਲਗਾਏ ਗਏ ਨੇ। ਸਰੀ ਦੇ ਘਰ ਵਿੱਚੋਂ ਹਥਿਆਰ ਮਿਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਸਰੀ ਆਰਸੀਐਮਪੀ ਵੱਲੋਂ ਜਾਣਕਾਰੀ ਦਿੱਤੀ ਗਈ। ਇਸ ਮਾਮਲੇ ਦੀ ਅਜੇ ਜਾਂਚ ਜਾਰੀ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ 2 ਜਾਣਿਆਂ ਦੇ ਉੱਪਰ ਇਸ ਮਾਮਲੇ ਦੇ ਸੰਬੰਧ ਦੇ ਵਿੱਚ ਕਾਰਵਾਈ ਕੀਤੀ ਗਈ ਹੈ। ਸਰੀ ਦੇ ਇੱਕ ਘਰ ਵਿੱਚ ਹਥਿਆਰ ਹੋਣ ਸੰਬੰਧੀ ਪੁਲਿਸ ਨੂੰ ਜਾਣਕਾਰੀ ਮਿਲੀ ਸੀ, ਜਿਸ ਸੰਬੰਧੀ ਆਰਸੀਐਮਪੀ ਵੱਲੋਂ ਕਾਰਵਾਈ ਕੀਤੀ ਗਈ। ਆਰਸੀਐਮਪੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ 2 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਘਰ ਤੋਂ ਇਹ ਮਾਮਲਾ ਸਾਹਮਣੇ ਆਇਆ ਉਹ ਹਾਈਵੇ 10 ਦੇ ਨਾਰਥ ਵੱਲ ਹੈ। ਇਸ ਖੇਤਰ ਵਿੱਚ 10:30 ਵਜੇ ਦੇ ਕਰੀਬ ਕਈ ਵਾਹਨ ਦੇਖੇ ਗਏ। ਇਹ ਵਾਹਨ ਪੁਲਿਸ ਦੇ ਸਨ, ਜਿਨ੍ਹਾਂ ਬਾਰੇ ਜਾਣਕਾਰੀ ਸਾਹਮਣੇ ਆਈ। ਇਸ ਤੋਂ ਇਲਾਵਾ ਇਹ ਵੀ ਇੱਥੇ ਦੇਖਣ ਵਿੱਚ ਆਇਆ ਕਿ ਪੁਲਿਸ ਦੇ ਕੁਝ ਵਾਹਨਾਂ ਵੱਲੋਂ ਘਰ ਵੱਲ ਜਾਂਦੀ ਲੇਨ ਨੂੰ ਵੀ ਬਲੌਕ ਕੀਤਾ ਜਾ ਰਿਹਾ ਸੀ। ਹੁਣ ਇਸ ਬਾਰੇ ਸਰੀ ਆਰਸੀਐਮਪੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ 152 ਸਟਰੀਟ ਦੇ 5600 ਬਲਾਕ ਤੋਂ ਉਹਨਾਂ ਨੂੰ ਜਾਣਕਾਰੀ ਸਾਹਮਣੇ ਆਈ ਸੀ ਕਿ ਇੱਥੇ ਘਰ ਵਿੱਚ ਕੁਝ ਹਥਿਆਰ ਹਨ। ਹੁਣ ਜੋ ਇਸ ਸੰਬੰਧੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ, ਉਸ ਦੌਰਾਨ ਪੁਲਿਸ ਵੱਲੋਂ 2 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹੁਣ ਇਸ ਮਾਮਲੇ ਦੀ ਜਾਂਚ ਕੰਬਾਈਨਡ ਫੋਰਸਿਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਆਫ ਬ੍ਰਿਟਿਸ਼ ਕੋਲੰਬੀਆ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਜੋ ਮਾਮਲਾ ਸਾਹਮਣੇ ਆਇਆ, ਇਸ ਦਾ ਆਮ ਲੋਕਾਂ ਨੂੰ ਕੋਈ ਵੀ ਖਤਰਾ ਨਹੀਂ ਹੈ। ਇਸ ਮਾਮਲੇ ਸੰਬੰਧੀ ਪੁਲਿਸ ਵੱਲੋਂ ਅਜੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਉਹਨਾਂ ਵੱਲੋਂ ਸਿਰਫ ਇਹੀ ਦੱਸਿਆ ਗਿਆ ਹੈ ਕਿ ਅਜੇ ਅੱਗੇ ਪੜਤਾਲ ਕੀਤੀ ਜਾ ਰਹੀ ਹੈ। ਸਰੀ ਤੋਂ ਟੀਕੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਜ਼ਿਆਦਾਤਰ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕੀਤੀ ਗਈ ਹੈ। ਸਰੀ ਵਿੱਚ ਪਹਿਲੀ ਤੇ ਦੂਸਰੀ ਡੋਜ਼ ਲਗਵਾਉਣ ਵਾਲਿਆਂ ਦਾ ਅੰਕੜਾ ਤੇ ਜ਼ਿਆਦਾ ਹੈ ਹੀ। ਹੁਣ ਜਿਨ੍ਹਾਂ ਵੱਲੋਂ ਬੂਸਟਰ ਸ਼ਾਟ ਲਗਵਾਇਆ ਜਾ ਰਿਹਾ, ਉਹਨਾਂ ਦੀ ਵੀ ਗਿਣਤੀ ਵਧਦੀ ਹੋਈ ਦਿਖਾਈ ਦੇ ਰਹੀ ਹੈ। ਸਰੀ ਦੀਆਂ ਕਮਿਊਨਿਟੀਜ਼ ਤੋਂ ਵੈਕਸੀਨੇਸ਼ਨ ਬਾਰੇ ਕੀ ਜਾਣਕਾਰੀ ਸਾਹਮਣੇ ਆਈ, ਦੱਸਾਂਗੇ ਤੁਹਾਨੂੰ ਇਸ ਖਬਰ ਵਿੱਚ। ਸਰੀ ਤੋਂ ਵੈਕਸੀਨੇਸ਼ਨ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇੱਥੇ ਬੂਸਟਰ ਸ਼ਾਟ ਲਗਵਾਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਸਰੀ ਤੋਂ ਜੋ ਇਨਫੋਰਮੇਸ਼ਨ ਸਾਹਮਣੇ ਆਈ ਉਸ ਮੁਤਾਬਕ ਬੂਸਟਰ ਸ਼ਾਟ ਲਗਵਾਉਣ ਵਾਲਿਆਂ ਦੀ ਗਿਣਤੀ 48% ਦੇ ਉੱਪਰ ਪਹੁੰਚ ਗਈ। ਬ੍ਰਿਟਿਸ਼ ਕੋਲੰਬੀਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵੱਲੋਂ ਜੋ ਅੰਕੜਾ ਜਾਰੀ ਕੀਤਾ ਗਿਆ ਉਸ ਮੁਤਾਬਕ 5 ਸਾਲ ਤੋਂ 11 ਸਾਲ ਵਾਲਿਆਂ ਨੇ ਜਿਨ੍ਹਾਂ ਵੱਲੋਂ ਸਰੀ ਵਿੱਚ ਵੈਕਸੀਨ ਹਾਸਲ ਕੀਤੀ ਗਈ, ਉਹਨਾਂ ਦੀ ਗਿਣਤੀ ਵੀ ਪਿਛਲੇ 3 ਹਫ਼ਤਿਆਂ ਦੇ ਮੁਕਾਬਲੇ 7% ਵੱਧ ਦਰਜ ਕੀਤੀ ਗਈ।
BCCDC ਵੱਲੋਂ ਸਰੀ ਦੀ 9 ਕਮਿਊਨਿਟੀਜ਼ ਬਾਰੇ ਵੈਕਸੀਨੇਸ਼ਨ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਦੱਸਿਆ ਗਿਆ ਨਾਰਥ ਸਰੀ ਵੈਲੀ, ਗਿਲਫੋਰਡ, ਵੈਸਟ ਨਿਊਟਨ, ਈਸਟ ਨਿਊਟਨ, ਫਲੀਟਵੁੱਡ, ਕਲੋਵਰਡੇਲ, ਪੈਨੋਰਾਮਾ ਤੇ ਸਾਊਥ ਸਰੀ ਵਿੱਚ ਇਸ ਸਮੇਂ ਵੈਕਸੀਨੇਸ਼ਨ ਰੇਟ ਕੀ ਹੈ। ਇੱਥੇ 5 ਸਾਲ ਤੋਂ 11 ਸਾਲ ਵਾਲਿਆਂ ਚੋਂ ਨਾਰਥ ਸਰੀ ਅੰਦਰ 45%, ਵੈਲੀ 46%, ਗਿਲਫੋਰਡ 50%, ਵੈਸਟ ਨਿਊਟਨ 43%, ਈਸਟ ਨਿਊਟਨ 45%, ਫਲੀਟਵੁੱਡ 55%, ਕਲੋਵਰਡੇਲ 58%, ਪੈਨੋਰਾਮਾ 55%, ਸਾਊਥ ਸਰੀ ਵਿੱਚ 62% ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਹਾਸਲ ਕੀਤੀ ਗਈ, ਜਿਸ ਦਾ ਮਤਲਬ ਹੈ ਕਿ ਕੁੱਲ 51% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਗਈ ਹੈ। ਇਸ ਤੋਂ ਇਲਾਵਾ ਸਰੀ ਵਿੱਚ 5 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਚੋਂ ਨਾਰਥ ਸਰੀ ਅੰਦਰ 88%, ਵੈਲੀ ਵਿੱਚ 90%, ਗਿਲਫੋਰਡ 84%, ਵੈਸਟ ਨਿਊਟਨ 90%, ਈਸਟ ਨਿਊਟਨ 90%, ਫਲੀਟਵੁੱਡ 88%, ਕਲੋਵਰਡੇਲ 84%, ਪੈਨੋਰਾਮਾ 99%, ਸਾਊਥ ਸਰੀ ਵਿੱਚ 86% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਲਗਵਾਈਆਂ ਗਈਆਂ। ਇੱਥੇ 93% ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਤੇ 87.7% ਵੱਲੋਂ ਦੋਨੋਂ ਡੋਜ਼ ਹਾਸਲ ਕੀਤੀਆਂ ਗਈਆਂ ਨੇ। 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਚੋਂ ਨਾਰਥ ਸਰੀ ਅੰਦਰ 95%, ਵੈਲੀ 97%, ਗਿਲਫੋਰਡ 90%, ਵੈਸਟ ਨਿਊਟਨ 99%, ਈਸਟ ਨਿਊਟਨ 98%, ਫਲੀਟਵੁੱਡ 95%, ਕਲੋਵਰਡੇਲ 92%, ਪੈਨੋਰਾਮਾ 97%, ਸਾਊਥ ਸਰੀ ਵਿੱਚ 91% ਇਸ ਸਮੇਂ ਫੁੱਲੀ ਵੈਕਸੀਨੇਟਡ ਨੇ। 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਚੋਂ 94.9% ਫੁੱਲੀ ਵੈਕਸੀਨੇਟਡ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਇੱਕ ਵੱਡਾ ਐਲਾਨ ਕੀਤਾ ਗਿਆ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਇੱਕ ਵੀਡੀਓ ਜਾਰੀ ਕੀਤੀ, ਜਿੱਥੇ ਉਹਨਾਂ ਵੱਲੋਂ ਇੱਕ ਖਾਸ ਗੱਲ ਦੀ ਸਾਂਝ ਪਾਈ ਗਈ ਹੈ। ਕੀ ਕਹਿਣਾ ਹੈ ਜੋ ਬਾਈਡਨ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਲੀਕ ਸੰਬੰਧੀ ਵੱਡਾ ਐਲਾਨ ਕੀਤਾ ਗਿਆ। ਉਹਨਾਂ ਵੱਲੋਂ ਇੱਥੇ ਰੀਸਟੋਰੇਸ਼ਨ ਅਤੇ ਕਲੀਨਅਪ ਦੇ ਸੰਬੰਧ ਵਿੱਚ ਇਨਵੈਸਟਮੈਂਟ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਰਾਸ਼ਟਰਪਤੀ ਜੋ ਬਾਈਡਨ ਵੱਲੋਂ ਆਪਣੀ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਗਈ, ਜਿਸ ਵਿੱਚ ਉਹਨਾਂ ਵੱਲੋਂ ਇਸ ਸੰਬੰਧੀ 1 ਬਿਲੀਅਨ ਦੀ ਇਨਵੈਸਟਮੈਂਟ ਦਾ ਐਲਾਨ ਕੀਤਾ ਹੈ। ਜੋ ਬਾਈਡਨ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਦਾ ਅਸਰ ਆਰਥਿਕਤਾ ਦੇ ਉੱਪਰ ਕਿਵੇਂ ਪਏਗਾ, ਮਤਲਬ ਕਿ ਆਰਥਿਕਤਾ ਇਸ ਨਾਲ ਕਿਵੇਂ ਸੁਧਰੇਗੀ। ਇਸ ਦੌਰਾਨ ਜੋ ਬਾਈਡਨ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। Today we're announcing an investment of $1 billion. $1 billion from the bipartisan infrastructure bill. It's going to allow a most significant restoration of the Great Lakes in the history of the Great Lakes. We're going to accelerate cleanup of sites across 6 states in the Great Lake Basin, from Duluth, Minnesota to Milwaukee, Wisconsin, Gary, Indiana, Buffalo, New York, and everywhere in between. ਫੇਸਬੁੱਕ ਦੇ ਰਾਹੀਂ ਹੋਣ ਵਾਲੇ ਸਕੈਮ ਦੇ ਬਾਰੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਚੇਤਾਵਨੀ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਫੇਸਬੁੱਕ ਦੇ ਉੱਪਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਚੀਜ਼ ਦੇਖਦੇ ਹੋ ਤਾਂ ਸਾਵਧਾਨ ਹੋ ਜਾਓ, ਤਾਂ ਕਿ ਤੁਸੀਂ ਕਿਸੇ ਵੀ ਤਰੀਕੇ ਦੇ ਧੋਖੇ ਦਾ ਸ਼ਿਕਾਰ ਨਾ ਹੋ ਜਾਵੋ। ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵਾਰ ਅਜਿਹੀਆਂ ਮਸ਼ਹੂਰੀਆਂ ਦਿਖਾਈ ਦਿੰਦੀਆਂ ਨੇ, ਜਿਹੜੀਆਂ ਕਿ ਬਾਅਦ ਦੇ ਵਿੱਚ ਇੱਕ ਵੱਡਾ ਨੁਕਸਾਨ ਕਰਵਾ ਦਿੰਦੀਆਂ ਨੇ। ਹੁਣ ਇਸ ਬਾਰੇ ਵੈਨਕੂਵਰ ਪੁਲਿਸ ਵੱਲੋਂ ਕੀ ਕਿਹਾ ਗਿਆ ਹੈ, ਦੱਸਾਂਗੇ ਤੁਹਾਨੂੰ ਇਸ ਖਬਰ ਵਿੱਚ। ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਜੋ ਫੇਸਬੁੱਕ ਤੇ ਮਸ਼ਹੂਰੀਆਂ ਆਉਂਦੀਆਂ ਨੇ, ਉਸ ਤੋਂ ਸਾਵਧਾਨ ਹੋ ਜਾਓ। ਵੈਨਕੂਵਰ ਪੁਲਿਸ ਵੱਲੋਂ ਆਮ ਲੋਕਾਂ ਨੂੰ ਸਾਵਧਾਨ ਕੀਤਾ ਗਿਆ ਹੈ। ਜੀ ਹਾਂ, ਫੇਸਬੁੱਕ ਉੱਪਰ ਜੋ ਮਾਰਕੀਟ ਪਲੇਸ ਨਾਲ ਸੰਬੰਧਿਤ ਸਕੈਮ ਹੋ ਰਹੇ ਨੇ, ਇਸ ਬਾਰੇ ਵੈਨਕੂਵਰ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ। ਇਸ ਨਾਲ ਸੰਬੰਧਿਤ ਹੁਣ ਤੱਕ ਪੁਲਿਸ ਕੋਲ 50 ਵਿਕਟਮ ਪਹੁੰਚੇ ਨੇ, ਜਿਨ੍ਹਾਂ ਵੱਲੋਂ ਪੁਲਿਸ ਨੂੰ ਇਸ ਸਕੈਮ ਬਾਰੇ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਉਹ ਇਸ ਧੋਖੇ ਦਾ ਸ਼ਿਕਾਰ ਹੋ ਗਏ। ਆਮ ਤੌਰ ਤੇ ਹੀ ਫੇਸਬੁੱਕ ਉੱਪਰ ਕਈ ਤਰ੍ਹਾਂ ਦੀਆਂ ਐਡ ਨਜ਼ਰ ਆਉਂਦੀਆਂ ਨੇ। ਫੇਸਬੁੱਕ ਉੱਪਰ ਬਾਈ ਐਂਡ ਸੈਲ ਸਾਈਟਸ ਵੀ ਨੇ, ਜਿਸ ਕਾਰਨ ਕਈ ਲੋਕ ਧੋਖੇ ਦਾ ਸ਼ਿਕਾਰ ਹੋ ਰਹੇ ਨੇ। ਪੁਲਿਸ ਵੱਲੋਂ ਆਮ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਜੇਕਰ ਉਹ ਇਸ ਤਰ੍ਹਾਂ ਦੇ ਕੁਝ ਐਡ ਦੇਖਦੇ ਨੇ ਤਾਂ ਸਾਵਧਾਨ ਰਹਿਣ। ਜੇਕਰ ਉਹ ਐਡ ਦੇਖਦੇ ਨੇ ਤਾਂ ਫਿਰ ਇਸ ਤੋਂ ਬਾਅਦ ਕਿਸੇ ਨੂੰ ਵੀ ਪੈਸੇ ਨਾ ਭੇਜੇ ਜਾਣ। ਜੇਕਰ ਕੋਈ ਮਿਲਣ ਵਾਸਤੇ ਕਹਿੰਦਾ ਹੈ ਤਾਂ ਉਸ ਨੂੰ ਕਿਸੇ ਸੁਰੱਖਿਅਤ ਥਾਂ ਦੇ ਉੱਪਰ ਮਿਲਣ ਦੀ ਯੋਜਨਾ ਬਣਾਈ ਜਾਵੇ। ਪੁਲਿਸ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਜਦੋਂ ਐਡ ਫੇਸਬੁੱਕ ਦੇ ਉੱਪਰ ਦਿਖਦੀਆਂ ਨੇ ਤਾਂ ਇਸ ਵਿੱਚ ਕਈ ਖਾਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਾਲੀ ਨਾਮ ਵਰਤੇ ਜਾਂਦੇ ਨੇ ਤੇ ਕਈ ਫੋਨ ਨੰਬਰ ਵੀ ਹੁੰਦੇ ਨੇ। ਜੇਕਰ ਇਸ ਧੋਖੇ ਦਾ ਕੋਈ ਸ਼ਿਕਾਰ ਹੋਇਆ ਹੈ ਤਾਂ ਪੁਲਿਸ ਨਾਲ 6047174034 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਅਕਸਰ ਹੀ ਸੋਸ਼ਲ ਮੀਡੀਆ ਉੱਪਰ ਕਈ ਤਰ੍ਹਾਂ ਦੇ ਐਡ ਨਜ਼ਰ ਆਉਂਦੇ ਨੇ, ਜਿਸ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਨੇ। ਬਹੁਤਿਆਂ ਵਿੱਚ ਨੌਕਰੀਆਂ ਸੰਬੰਧੀ ਕਿਹਾ ਜਾਂਦਾ ਹੈ ਤੇ ਕਈ ਹੋਰ ਕਈ ਤਰੀਕੇ ਦੀ ਪੇਸ਼ਕਸ਼ ਦਿੰਦੇ ਨੇ। ਅਜਿਹਾ ਕਈ ਵਾਰ ਹੁੰਦਾ ਹੈ ਜਦੋਂ ਲੋਕ ਇਹਨਾਂ ਐਡਸ ਨੂੰ ਦੇਖ ਕੇ ਕਲਿੱਕ ਕਰਦੇ ਨੇ ਤਾਂ ਫਿਰ ਉਹਨਾਂ ਦੇ ਝਾਂਸੇ ਵਿੱਚ ਆ ਜਾਂਦੇ ਨੇ।
ਫਿਰ ਬਾਅਦ ਦੇ ਵਿੱਚ ਲੋਕਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਕਿਵੇਂ ਉਹ ਵੱਡੇ ਧੋਖੇ ਦਾ ਸ਼ਿਕਾਰ ਹੋ ਗਏ ਤੇ ਉਹਨਾਂ ਦੇ ਕਈ ਪੈਸੇ ਇਸ ਧੋਖੇ ਕਾਰਨ ਉਹਨਾਂ ਤੋਂ ਖੋ ਗਏ। ਪੁਲਿਸ ਵੱਲੋਂ ਵੀ ਲਗਾਤਾਰ ਸਮੇਂ ਦੇ ਉੱਪਰ ਇਹਨਾਂ ਫੇਸਬੁੱਕ ਤੇ ਹੋਣ ਵਾਲੇ ਸਕੈਮ ਬਾਰੇ ਚੇਤਾਵਨੀ ਦਿੱਤੀ ਜਾਂਦੀ ਹੈ ਤੇ ਹੁਣ ਵੀ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੇ ਧੋਖੇ ਤੋਂ ਸਾਵਧਾਨ ਰਹਿਣ। ਜਦੋਂ ਵੀ ਕੋਈ ਇਸ ਤਰ੍ਹਾਂ ਦੀ ਐਡ ਦੇਖਦੇ ਨੇ ਤਾਂ ਫਿਰ ਚੰਗੀ ਤਰ੍ਹਾਂ ਸੋਚ ਸਮਝ ਕੇ ਹੀ ਕਦਮ ਚੁੱਕਿਆ ਜਾਵੇ। ਆਸਕਰ ਦੇ ਵਿੱਚ ਹੁਣ ਜਿਹੜੇ ਵੀ ਸ਼ਾਮਿਲ ਹੋਣਗੇ ਉਹਨਾਂ ਲਈ ਜ਼ਰੂਰੀ ਹੋਵੇਗਾ ਕਿ ਕੋਵਿਡ-19 ਵੈਕਸੀਨ ਲੱਗੀ ਹੋਵੇ ਤੇ ਇਸ ਤੋਂ ਇਲਾਵਾ ਉਹਨਾਂ ਨੂੰ PCR ਟੈਸਟ ਦਾ ਰਿਜ਼ਲਟ ਵੀ ਦਿਖਾਉਣਾ ਹੋਵੇਗਾ। ਕੁਝ ਲੋਕਾਂ ਨੂੰ ਹੁਣ ਜੋ ਵੈਕਸੀਨ ਤੋਂ ਰਾਹਤ ਵੀ ਦਿੱਤੀ ਗਈ ਹੈ, ਪਰ ਇੱਥੇ ਜਿਹੜੀ ਹੈ ਆਸਕਰ ਵਿੱਚ ਸਖਤੀ ਕੀਤੀ ਗਈ ਹੈ। ਕਿਹੜੇ ਨਿਯਮ ਸਾਹਮਣੇ ਆ ਰਹੇ ਨੇ, ਆਸਕਰ ਵਿੱਚ ਹੁਣ ਕੀ ਜ਼ਰੂਰੀ ਹੋਵੇਗਾ, ਦੱਸਾਂਗੇ ਇਸ ਖਬਰ ਵਿੱਚ। ਆਸਕਰ ਵਿੱਚ ਜਿਹੜੇ ਵੀ ਹਿੱਸਾ ਲੈਣਗੇ ਉਹਨਾਂ ਵਾਸਤੇ ਖਾਸ ਜਾਣਕਾਰੀ ਸਾਹਮਣੇ ਆਈ ਹੈ। ਹੁਣ ਆਸਕਰ ਵਿੱਚ ਹਰ ਕਿਸੇ ਲਈ ਜ਼ਰੂਰੀ ਹੋਵੇਗਾ ਕਿ ਉਹ ਕੋਵਿਡ-19 ਦਾ ਟੈਸਟ ਦਿਖਾਉਣ। ਇਸ ਤੋਂ ਇਲਾਵਾ ਉਹਨਾਂ ਨੂੰ ਵੈਕਸੀਨੇਸ਼ਨ ਦਾ ਪ੍ਰੂਫ ਵੀ ਦੇਣਾ ਪਵੇਗਾ। ਦੱਸ ਦਈਏ ਕਿ 27 ਮਾਰਚ ਨੂੰ ਡੋਲਬੀ ਥੀਏਟਰ ਦੇ ਵਿੱਚ ਆਸਕਰ ਹੋਣ ਜਾ ਰਹੇ ਨੇ। ਇਹ 94ਵਾਂ ਆਸਕਰ ਅਵਾਰਡ ਹੋਵੇਗਾ, ਜਿਸ ਬਾਰੇ ਵੈਕਸੀਨੇਸ਼ਨ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ। ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਰਵਿਸਿਜ਼ ਵੱਲੋਂ ਕਿਹਾ ਗਿਆ ਹੈ ਕਿ ਜਿਨ੍ਹਾਂ ਨੇ ਵੀ ਆਸਕਰ ਵਿੱਚ ਹਿੱਸਾ ਲੈਣਾ ਹੈ ਉਹਨਾਂ ਲਈ ਹੁਣ ਜ਼ਰੂਰੀ ਹੋਵੇਗਾ ਕਿ ਉਹ ਕੋਵਿਡ-19 ਵੈਕਸੀਨ ਦਾ ਪ੍ਰੂਫ ਦਿਖਾਉਣ। ਇਸ ਤੋਂ ਇਲਾਵਾ ਉਹਨਾਂ ਲਈ 2 ਨੈਗੇਟਿਵ ਰਿਜ਼ਲਟ ਦਿਖਾਉਣੇ ਵੀ ਜ਼ਰੂਰੀ ਹੋਣਗੇ। ਇਹ ਰਿਜ਼ਲਟ PCR ਟੈਸਟ ਤੋਂ ਹੋਣੇ ਚਾਹੀਦੇ ਹਨ। ਇੱਥੇ ਜਿਹੜੇ ਪਰਫਾਰਮਰਸ ਅਤੇ ਪ੍ਰੈਜ਼ੈਂਟਰਸ ਹੋਣਗੇ ਉਹਨਾਂ ਵਾਸਤੇ ਵੀ ਜ਼ਰੂਰੀ ਹੋਵੇਗਾ ਕਿ ਉਹ PCR ਟੈਸਟ ਦਾ ਰਿਜ਼ਲਟ ਦਿਖਾਉਣ, ਪਰ ਇਹਨਾਂ ਲਈ ਪ੍ਰੂਫ ਆਫ ਵੈਕਸੀਨੇਸ਼ਨ ਦਿਖਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਹੈ। ਇਸ ਦੌਰਾਨ ਸੋਰਸਿਸ ਵੱਲੋਂ ਇਹ ਵੀ ਦੱਸਿਆ ਗਿਆ ਕਿ 27 ਮਾਰਚ ਨੂੰ ਜੋ ਡੋਲਬੀ ਥੀਏਟਰ ਵਿੱਚ ਇਵੈਂਟ ਹੋਣ ਜਾ ਰਿਹਾ ਹੈ, ਇਸ ਦੌਰਾਨ ਮਾਸਕ ਸੰਬੰਧੀ ਵੀ ਹਦਾਇਤਾਂ ਆਉਣਗੀਆਂ। ਨੋਮੀਨੀਜ਼ ਅਤੇ ਜਿਹੜੇ ਗੈਸਟ ਲੋਅਰ ਸੈਕਸ਼ਨ ਵਿੱਚ ਬੈਠਣਗੇ ਉਹਨਾਂ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹਨਾਂ ਨੂੰ ਬਹੁਤ ਜ਼ਿਆਦਾ ਡਿਸਟੈਂਸ ਤੇ ਬਿਠਾਇਆ ਜਾਵੇਗਾ। ਇਸ ਦੌਰਾਨ 2500 ਲੋਕਾਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਬਹੁਤੀਆਂ ਥਾਵਾਂ ਦੇ ਉੱਪਰ ਸਖਤੀ ਕੀਤੀ ਗਈ। ਹੁਣ ਕਿਉਂਕਿ ਓਮਿਕਰੌਨ ਵੇਰੀਐਂਟ ਦਾ ਫੈਲਾਅ ਕਾਫੀ ਤੇਜ਼ੀ ਨਾਲ ਹੋ ਰਿਹਾ ਹੈ, ਇਸ ਦੌਰਾਨ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੀਆਂ ਜਾਂਦੀਆਂ ਨੇ ਤਾਂ ਕਿ ਇਸ ਵਾਇਰਸ ਦਾ ਫੈਲਾਅ ਨਾ ਹੋ ਸਕੇ। ਇਸ ਕਰਕੇ ਅਲੱਗ-ਅਲੱਗ ਥਾਵਾਂ ਦੇ ਉੱਪਰ ਅਜੇ ਵੀ ਹਦਾਇਤਾਂ ਜਾਰੀ ਨੇ ਤੇ ਹੁਣ ਜੋ ਆਸਕਰ ਅਵਾਰਡ ਹੋਣ ਜਾ ਰਹੇ ਨੇ ਉਸ ਬਾਰੇ ਵੀ ਦੱਸਿਆ ਗਿਆ ਹੈ ਕਿ ਇੱਥੇ ਪ੍ਰੂਫ ਆਫ ਵੈਕਸੀਨੇਸ਼ਨ ਦਿਖਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ PCR ਟੈਸਟ ਰਿਜ਼ਲਟ ਵੀ ਦਿਖਾਉਣਾ ਜ਼ਰੂਰੀ ਹੋਵੇਗਾ। ਇਸ ਦੌਰਾਨ ਕੁਝ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਵੀ ਸਾਹਮਣੇ ਆਈ ਹੈ, ਜਿਸ ਬਾਰੇ ਅਜੇ ਅਧਿਕਾਰਤ ਅਨਾਉਂਸਮੈਂਟ ਹੋਣੀ ਬਾਕੀ ਹੈ। ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸੇ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਕੈਨੇਡਾ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਜਾਣੂ ਕਰਵਾਵਾਂਗੇ ਤੁਹਾਨੂੰ ਇਸ ਖਬਰ ਰਾਹੀਂ। ਓਨਟਾਰੀਓ ਦੇ ਹਸਪਤਾਲ ਵਿੱਚ ਇਸ ਸਮੇਂ 1000 ਤੋਂ ਵੱਧ ਮਰੀਜ਼ਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ। ਇੱਥੇ ਹਸਪਤਾਲ ਵਿੱਚ 1991 ਦੀ ਗਿਣਤੀ ਦੱਸੀ ਗਈ ਤੇ ਇੰਟੈਂਸਿਵ ਕੇਅਰ ਅਧੀਨ 329 ਹਨ। ਸੂਬੇ ਵਿੱਚ 24 ਘੰਟਿਆਂ ਦੌਰਾਨ 2244 ਮਾਮਲੇ ਦਰਜ ਕੀਤੇ ਗਏ। ਹੁਣ ਤੱਕ ਕੁੱਲ 10,85,518 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਓਨਟਾਰੀਓ ਹੈਲਥ ਮਿਨਿਸਟਰ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਸਮੇਂ ਹਸਪਤਾਲ ਵਿੱਚ ਜਿਹੜੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਵਿੱਚੋਂ 50% ਨੂੰ ਕੋਵਿਡ-19 ਕਰਕੇ ਅਤੇ 50% ਨੂੰ ਕਿਸੇ ਹੋਰ ਕਾਰਨ ਕਰਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਬਾਅਦ ਦੇ ਵਿੱਚ ਉਹ ਕੋਰੋਨਾ ਪੋਜ਼ਿਟਿਵ ਪਾਏ ਗਏ। ਇਸ ਤੋਂ ਇਲਾਵਾ ICU ਵਿੱਚ ਜੋ ਕੋਰੋਨਾ ਵਾਇਰਸ ਕਾਰਨ ਦਰਜ ਮਰੀਜ਼ਾਂ ਦੀ ਗਿਣਤੀ ਦੱਸੀ ਗਈ ਉਹਨਾਂ ਵਿੱਚੋਂ 21% ਅਜਿਹੇ ਹਨ ਜਿਨ੍ਹਾਂ ਨੂੰ ਕਿਸੇ ਹੋਰ ਕਾਰਨ ਇੱਥੇ ਭਰਤੀ ਕਰਵਾਇਆ ਗਿਆ। ਜੋ ਡਾਟਾ ਸਾਹਮਣੇ ਆਇਆ ਉਸ ਦੇ ਮੁਤਾਬਕ 216 ਮਰੀਜ਼ ਵੈਂਟੀਲੇਟਰ ਉੱਪਰ ਦੱਸੇ ਗਏ ਨੇ। ਸੂਬੇ ਤੋਂ ਆਈ ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 92.5% ਓਨਟਾਰੀਓ ਵਾਸੀ ਉਹ ਹਨ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਗਈ ਅਤੇ 90.3% ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕਰ ਲਈਆਂ ਗਈਆਂ ਨੇ। ਕਿਊਬੈਕ ਦੇ ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹੈ। ਇੱਥੇ ਕੋਰੋਨਾ ਵਾਇਰਸ ਕਾਰਨ ਹਸਪਤਾਲ ਵਿੱਚ 1799 ਮਰੀਜ਼ ਨੇ ਤੇ ਇੰਟੈਂਸਿਵ ਕੇਅਰ ਅਧੀਨ 120 ਦੀ ਗਿਣਤੀ ਦੱਸੀ ਗਈ। ਸੂਬੇ ਵਿੱਚ 24 ਘੰਟਿਆਂ ਦੌਰਾਨ 1736 ਮਾਮਲੇ ਦਰਜ ਕੀਤੇ ਗਏ ਤੇ 6 ਮੌਤਾਂ ਇਸ ਵਾਇਰਸ ਕਾਰਨ ਹੋਈਆਂ। ਹੁਣ ਤੱਕ ਇੱਥੇ ਕੁੱਲ 9,08,202 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 13,841 ਮੌਤਾਂ ਵਾਇਰਸ ਕਾਰਨ ਹੁਣ ਤੱਕ ਸੂਬੇ ਵਿੱਚ ਹੋ ਚੁੱਕੀਆਂ ਨੇ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 91% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, ਇਸ ਤੋਂ ਇਲਾਵਾ 86% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼
ਤੇ 50% ਦੀ ਆਬਾਦੀ ਅਜਿਹੀ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀਆਂ 3 ਡੋਜ਼ ਲਗਵਾਈਆਂ ਗਈਆਂ ਨੇ। ਕੈਨੇਡਾ ਵਿੱਚ ਹੁਣ ਤੱਕ ਕੁੱਲ 30 ਲੱਖ ਤੋਂ ਵੱਧ ਕੇਸਿਸ ਸਾਹਮਣੇ ਆ ਚੁੱਕੇ ਨੇ। 33,000 ਤੋਂ ਵੱਧ ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੱਜ ਪ੍ਰਦਰਸ਼ਨ ਦੌਰਾਨ 47 ਜਣੇ ਗ੍ਰਿਫਤਾਰ, ਪੁਲਿਸ ਲਗਾਤਾਰ ਕਰ ਰਹੀ ਕਾਰਵਾਈ। ਪ੍ਰਦਰਸ਼ਨ ਦੌਰਾਨ ਸਰਕਾਰ ਦਾ ਐਲਾਨ, ਕਾਰੋਬਾਰਾਂ ਦੀ ਕਰਨਗੇ ਮਦਦ। ਪੁਲਿਸ ਦੀ ਪ੍ਰਦਰਸ਼ਨ ਖਿਲਾਫ ਕਾਰਵਾਈ, ਇੱਕ ਹੋਰ ਨੂੰ ਕੀਤਾ ਗਿਆ ਚਾਰਜ। ਕੈਨੇਡਾ ਵਿੱਚ ਦੀਪ ਸਿੱਧੂ ਨੂੰ ਕੀਤਾ ਗਿਆ ਯਾਦ, ਗੁਰੂ ਘਰ ਵਿੱਚ ਰੱਖਿਆ ਗਿਆ ਅਖੰਡ ਪਾਠ। ਅਲਬਰਟਾ ਦਾ ਇਮੀਗ੍ਰੇਸ਼ਨ ਬਾਰੇ ਐਲਾਨ, ਸੂਬੇ ਨੇ ਡਰਾਅ ਵਿੱਚ ਕੀਤੇ ਬਦਲਾਅ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।